ਵਾਹਿਗੁਰੂ ਸਾਹਿਬ ਜੀਓ। ਹਰ ਕੇ ਨਾਮ ਬਿਨਾ ਦੁਖ ਪਾਵੈ, ਭਗਤ ਬਿਨਾ ਸਹਸਾ ਨਹੀਂ ਚੁਕੈ। ਗੁਰ ਹੈ ਭੇਦ ਬਤਾਵੈ, ਮਾਨ ਮੋਹ ਦੋਨੋਂ ਕੋ ਪਰ ਹਰ। ਜੋ ਪ੍ਰਭ ਕੇ ਗੁਣ ਗਾਵੈ, ਕਹੋ ਨਾਨਕ ਇਹ ਬਿਦ ਕੋ ਪ੍ਰਾਨੀ। ਜੀਵਨ ਮੁਕਤ ਕਹਾਵੈ, ਡੰਡੌਤ ਬੰਧਨ ਅਨਕ ਬਾਰ। ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਜੈਸਾ ਬਾਰਿਕ ਭਾਏ ਸੁਭਾਈ। ਲਖ ਅਪਰਾਧ ਕਮਾਵੈ, ਕਰ ਉਪਦੇਸ਼ ਝੜਕੇ ਬਹੁ ਭਾਂਤੀ। ਬਹੁੜ ਪਿਤਾ ਗਲ ਲਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ। ਆਗੇ ਮਾਰਗ ਪਾਵੈ, ਪਿਛਲੇ ਔਗਣ ਬਖਸ਼ ਲਏ ਪ੍ਰਭ। ਆਗੇ ਮਾਰਗ ਪਾਵੈ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ। ਵਿਛੜਿਆ ਮਿਲੇ ਪ੍ਰਭੂ, ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਏ ਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨਾ ਧੁਰੇ ਭਇਆ ਸੰਜੋਗ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ। ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨ ਰਾਖਸ ਤੇਤੇ। ਸੁਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ,
ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾ। ਘਰ ਪੰਜਵਾ ਦੁਪਦੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਐਸੋ ਗੁਣ मेरो प्रभ जी कीन। पंच दोख अर अहं रोग। इह तन ते सगल दूर कीन। ऐसो गुण मेरो प्रभ जी कीन। पंच दोख अर अहं रोग। इह तन ते सगल दूर कीन। रहाओ बंधन तोर छोर बिख्याते। गुर को शब्द मेरा हियर दीन। रूप अनरूप मोरो कछ न विचार्यो। प्रेम गह्यो मोहे हर रंग पीन। पेख्यो लालन पाट बीच खोए। अनद चिता हरखे पतीन। तिस ही को गृह सोई प्रभ नानक। सो ठाकुर तिस ही को तीन। पेख्यो लालन पाट बीच खोए। अनद चिता हरखे पतीन। तिस ही को गृह सोई प्रभ नानक। सो ठाकुर तिस ही को तीन। वाहिगुरु जी का खालसा वाहिगुरु जी की फतेह। मूक उचरह शास्त्र खट। पिंग गिरन चढ़ जाए। अंध लखै बदरो सुनै। यो काल कृपा कराए। कहा बुद्ध प्रभ तुच्छ हमारी। बर न सकै महिमा जो तिहारी। हम ना सकत कर सिफत तुम्हारी। आप ले हो तुम कथा सुधारी। जगत पातशाही छेवें पातशाह ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹੋ। ਜੋ ਨਿਤ ਦੀ ਮਰਿਆਦਾ ਮੁਤਾਬਕ ਹਾਜ਼ਰੀਆਂ ਭਰ ਕਰਕੇ ਆਪਣੇ ਜੀਵਨ ਨੂੰ ਸਫਲਾ ਸਕਾਰਥਾ ਬਣਾਉਣਾ ਕਰ ਰਹੇ ਹੋ। ਗੁਰੂ ਮਹਾਰਾਜ ਜੀਆਂ ਦੀ ਕਿਰਪਾ ਹੋਈ ਜੋ ਇਲਾਹੀ ਬਾਣੀ ਦੇ ਕੀਰਤਨ ਆਪ ਸਮੂਹ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਜੀਆਂ ਦੇ ਸਰਬੱਤਰ ਆਸਾ ਸੰਪੂਰਨ ਕਰਨ ਵਾਲੇ ਬਚਨਾਂ ਜੀਆਂ ਦੇ ਕੀਰਤਨ ਆਪ ਸਮੂਹ ਸੰਗਤਾਂ ਨੇ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਪਾਸੋਂ ਸਰਵਣ ਕਰਨਾ ਕੀਤੇ ਹਨ। ਤਾਂ ਹੁਣ ਸਮਾਂ ਹੈ ਗੁਰਸੰਗਤ ਜੀ ਜੋ
ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਮੁਬਾਰਕ ਬਚਨ ਮਹਾਰਾਜ ਜੀਆਂ ਨੇ ਬਖਸ਼ਿਸ਼ ਕਰਨਾ ਕੀਤੇ ਹਨ। ਤਿਨਾਂ ਦੀ ਵਿਚਾਰ ਦੇ ਨਾਲ ਜੁੜਨ ਦਾ ਸਮਾਂ ਹੈ। ਆਓ ਜੋ ਮੁਬਾਰਕ ਬਚਨ ਅੱਜ ਮਹਾਰਾਜ ਬਖਸ਼ ਰਹੇ ਨੇ, ਤਿਨਾਂ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਵਿਚਾਰਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਜੀਆਂ ਦੇ ਬਖਸ਼ਿਸ਼ ਕੀਤੇ ਹੋਏ ਅਸੀਸ ਰੂਪ ਬਖਸ਼ਿਸ਼ ਰੂਪ ਫਤਿਹ ਗਜਾਣਾ ਕਰੀਏ। ਗੁਰੂ ਮਹਾਰਾਜ ਜੀਆਂ ਦੇ ਅਸੀਸਾਂ ਬਖਸ਼ਿਸ਼ਾਂ ਖੁਸ਼ੀਆਂ ਦੇ ਪਾਤਰ ਬਣਨਾ ਕਰੀਏ ਜੀ। ਬਖਸ਼ੋ ਅਸੀਸ ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਟੋਡੀ ਮਹੱਲਾ ਪੰਜਵਾ। ਘਰ ਪੰਜਵਾ ਦੁਪਦੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੁਬਾਰਕ ਬਚਨ ਮਹਾਰਾਜ ਪੰਜਵੇਂ ਪਾਤਸ਼ਾਹ ਸਹਿਣਸ਼ੀਲਤਾ ਦੇ ਪੁੰਜ, ਸ਼ਹੀਦਾਂ ਦੇ ਸਿਰਤਾਜ, ਨਿਮਰਤਾ ਦੇ ਪੁੰਜ, ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਬਤ ਮਹਾਰਾਜ ਜੀਆਂ ਦੇ ਪਿਆਰਿਆਂ ਨੇ ਇਹ ਬਚਨ ਆਖਣਾ ਕੀਤੇ ਨੇ ਕਿ ਜੇ ਪ੍ਰਤੱਖ ਰੂਪ ਵਿੱਚ ਪਰਮੇਸ਼ਰ ਜੀਆਂ ਦੇ ਦਰਸ਼ਨ ਦੀਦਾਰ ਕਰਨੇ ਨੇ ਨਾ, ਤੇ ਆਪ ਪੰਜਵੇਂ ਪਾਤਸ਼ਾਹ ਜੀਆਂ ਦੇ ਦਰਸ਼ਨ ਦੀਦਾਰ ਕਰ ਲਿਆ ਜੇ ਤੇ ਆਪ ਉਹ ਪਰਮੇਸ਼ਰ ਦਾ ਰੂਪ ਨਹੀਂ। ਧਰਣ ਗਗਨ ਨਵਖੰਡ ਮਹਿ, ਜੋਤ ਸਵਰੂਪੀ ਰਹਿਓ ਭਰ। ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ। ਤਾਂ ਜਿਨ੍ਹਾਂ ਨੇ ਪ੍ਰਤੱਖ ਰੂਪ ਵਿੱਚ ਪਰਮੇਸ਼ਰ ਜੀਆਂ ਦੇ ਦਰਸ਼ਨ ਕਰਨੇ ਨੇ, ਉਹ ਪੰਜਵੇਂ ਪਾਤਸ਼ਾਹ ਜੀਆਂ ਦੇ ਦਰਸ਼ਨ ਕਰ ਲੈਣਾ ਕਰਨ। ਜੋ ਲੋ ਨਹੀਂ ਭਾਗ ਲਿਲਾਰ ਉਦੈ, ਤਉ ਲੋ ਭ੍ਰਮ ਤੇ ਫਿਰਤੇ ਬਹੁਤਾਇਓ। ਕਲ ਘੋਰ ਸਮੁੰਦਰ ਮੈਂ ਬੂਡਤ ਥੇ, ਕਭੂ ਮਤ ਹੈ ਨਹੀਂ ਰੇ ਪਛਤਾਇਓ। ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕੋ ਅਵਤਾਰ ਬਨਾਇਓ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਤਾਂ ਪਿਆਰੇ ਕਹਿਣ ਲੱਗੇ ਕਿ ਜਿਨ੍ਹਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਜਪਣਾ ਕੀਤਾ ਹੈ, ਯਾਦ ਕਰਨਾ ਕੀਤਾ ਹੈ, ਸਿਮਰਨ ਕਰਨਾ ਕੀਤਾ ਹੈ, ਉਹ ਫਿਰ ਦੁਬਾਰਾ ਇਸ ਜਨਮ ਦੇ ਵਿੱਚ ਜੋਨੀਆਂ ਦੇ ਵਿੱਚ ਨਹੀਂ ਆਉਣਾ ਕਰਦੇ। 84 ਲੱਖ ਜੂਨਾਂ ਵਿੱਚ ਉਹ ਭਾਉਣਾ ਨਹੀਂ ਕਰਦੇ ਜਿਹੜੇ ਪੰਜਵੇਂ ਪਾਤਸ਼ਾਹ ਜੀਆਂ ਨੂੰ ਯਾਦ ਕਰਨਾ ਕਰਦੇ ਨੇ, ਸਿਮਰਨ ਕਰਨਾ ਕਰਦੇ ਨੇ। ਤਾਂ ਮਹਾਰਾਜ ਜੀਆਂ ਦੇ ਪਿਆਰੇ ਗੁਰਸਿੱਖ ਮਹਾਨ ਬ੍ਰਹਮ ਗਿਆਨੀ ਤਤ ਬੇਤੇ ਸਿੱਖ ਧਰਮ ਜੀਆਂ ਦੇ, ਸਿੱਖ ਇਤਿਹਾਸ ਜੀਆਂ ਦੇ ਵਿੱਚ ਜਿਨ੍ਹਾਂ ਨੂੰ ਪਹਿਲੇ ਲਿਖਾਰੀ ਹੋਣ ਦਾ ਮਾਣ ਹਾਸਲ ਹੈ, ਉਹਨਾਂ ਨੇ ਕਹਿਣਾ ਕੀਤਾ ਸਿੱਖ ਇਤਿਹਾਸ ਜੀਆਂ ਦੇ ਜਿਹੜੇ ਸਭ ਤੋਂ ਪਹਿਲੇ ਗਿਆਨੀ ਹਨ, ਮਹਾਰਾਜ ਦੇ ਪਿਆਰੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਆਪ ਕਹਿਣ ਲੱਗੇ, ਗੁਰ ਅਰਜਨ ਵਿਟਹੁ ਕੁਰਬਾਨੀ। ਤਾਂ ਅਸੀਂ ਉਹਨਾਂ ਤੋਂ ਬਲਿਹਾਰ ਜਾਣਾ ਕਰਦੇ ਹਾਂ। ਰਹਿੰਦੇ ਗੁਰ ਦਰਿਆਓ ਵਿੱਚ, ਮੀਨ ਕੁਲੀਨ ਹੇਤ ਨਿਰਬਾਣੀ।
ਅਗਾਂਹ ਚੱਲ ਕੇ ਕਹਿੰਦੇ ਮਹਾਰਾਜ ਅਸੀਂ ਆਪ ਜੀਆਂ ਦੀਆਂ ਕੁਰਬਾਨੀਆਂ ਤੋਂ ਬਲਿਹਾਰ ਜਾਣਾ ਕਰਦੇ ਹਾਂ। ਤਾਂ ਮਹਾਰਾਜ ਪੰਜਵੇਂ ਪਾਤਸ਼ਾਹ ਜੀਆਂ ਦੇ ਮੁਬਾਰਕ ਬਚਨ ਉਚਾਰਨ ਕੀਤੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਮੁਬਾਰਕ ਅੰਗ 716 ਜੀਆਂ ਦੇ ਉੱਪਰ ਟੋਡੀ ਰਾਗ ਜੀਆਂ ਦੇ ਅੰਦਰ ਟੋਡੀ ਮਹੱਲਾ ਪੰਜਵਾ ਜੀਆਂ ਦੇ ਸਿਰਲੇਖ ਹੇਠ ਸੁਭਾਏ ਮਾਨ ਹਨ। ਗੁਰੂ ਘਰ ਦੇ ਹਜੂਰੀ ਰਾਗੀ ਸਿੰਘਾਂ ਵਾਸਤੇ ਮਹਾਰਾਜ ਨੇ ਪੰਜਵੇਂ ਘਰ ਸੁਰਤਾਲ ਦੇ ਵਿੱਚ ਬਚਨਾਂ ਜੀਆਂ ਨੂੰ ਗਾਇਨ ਕਰਨ ਦੀ ਹਦਾਇਤ ਕਰਨਾ ਕੀਤੀ ਹੈ। ਦੋ ਪਦਿਆਂ ਦੇ ਵਿੱਚ ਮਹਾਰਾਜ ਜੀਆਂ ਨੇ ਬਚਨ ਉਚਾਰਨ ਕਰਨਾ ਕੀਤੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਬਦ ਦੀ ਆਰੰਭਤਾ ਕਰਦਿਆਂ ਹੋਇਆਂ ਮਹਾਰਾਜ ਜੋ ਮੂਲ ਮੰਗਲਾਚਰਨ ਜੀਆਂ ਦੀ ਪ੍ਰਕਿਰਿਆ ਹੋਇਆ ਕਰਦੀ ਹੈ, ਮਹਾਰਾਜ ਕਰਨਾ ਕਰਦੇ ਨੇ ਪਰਮੇਸ਼ਰ ਇੱਕ ਹੈ, ਸਾਰਿਆਂ ਦੇ ਵਿੱਚ ਇੱਕ ਸਮਾਨ ਰੂਪ ਵਿੱਚ ਉਹਨਾਂ ਦੀ ਜੋਤ ਸੁਭਾਏਮਾਨ ਹੈ। ਐਸੇ ਪਰਮੇਸ਼ਰ ਜੀਆਂ ਦੀ ਪ੍ਰਾਪਤੀ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਹੋਇਆ ਕਰਦੀ। ਜਦੋਂ ਗੁਰੂ ਦੀ ਕਿਰਪਾ ਹੋਵੇ, ਗੁਰੂ ਦਾ ਸਿੱਖ ਦੀਦਾਰ ਕਰਨ ਵਾਸਤੇ ਆਵੇ, ਅਸੀਂ ਮਹਾਰਾਜ ਜੀਆਂ ਦੀ ਬਾਣੀ ਨੂੰ ਸੁਣਦੇ ਆ, ਇਹ ਮਹਾਰਾਜ ਜੀਆਂ ਦੀ ਕਿਰਪਾ ਹੀ ਹੈ। ਹਰ ਕੋਈ ਸੁਣਦਾ ਨਹੀਂ, ਅੱਜ ਕੱਲ ਕੋਈ ਸੁਣਨਾ ਚਾਹੁੰਦਾ ਵੀ ਨਹੀਂ ਹੈ ਸੱਚ ਦੀ ਗੱਲ, ਤੇ ਜਿਹੜਾ ਸੁਣਦਾ ਹੈ ਉਹਦੇ ਉੱਪਰ ਕਿਰਪਾ ਹੋਇਆ ਕਰਦੀ, ਤਾਂ ਹੀ ਉਹ ਸੁਣਦਾ, ਨਹੀਂ ਤਾਂ ਕੋਈ ਸੁਣ ਨਹੀਂ ਸਕਦਾ। ਸੱਚੀ ਗੱਲ ਕੋਈ ਨਹੀਂ ਸੁਣਦਾ। ਹਾਂ, ਆਪਣੀ ਕੋਈ ਗੱਲ ਹੋਵੇ ਚੰਗੀ, ਸਾਰੇ ਸੁਣ ਲੈਂਦੇ। ਜਾਂ ਗੁਰਸੰਗਤ ਜੀ ਕਿਸੇ ਦੂਸਰੇ ਦੀ ਮਾੜੀ ਗੱਲ ਸੁਣ ਕੇ ਸਾਰੇ ਖੁਸ਼ ਹੁੰਦੇ ਨੇ, ਆਪਣੇ ਅੰਦਰ ਦੀ ਸੱਚੀ ਗੱਲ ਸੁਣ ਕੇ ਕੋਈ ਖੁਸ਼ ਨਹੀਂ ਹੋਇਆ ਕਰਦਾ। ਤਾਂ ਆਪ ਮਹਾਰਾਜ ਕਹਿੰਦੇ ਨੇ ਐਸੇ ਪਰਮੇਸ਼ਰ ਜੀਆਂ ਦੀ ਪ੍ਰਾਪਤੀ, ਅਕਾਲ ਪੁਰਖ ਵਾਹਿਗੁਰੂ ਜੀਆਂ ਦੀ ਪ੍ਰਾਪਤੀ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਹੋਇਆ ਕਰਦੀ। ਜਦੋਂ ਮਹਾਰਾਜ ਦੇਖਦੇ ਨੇ ਗੁਰੂ ਦਾ ਸਿੱਖ ਚੱਲ ਕੇ ਆ ਰਿਹਾ, ਚਰਨ ਸਰਨ ਗੁਰ ਏਕ ਪਿੰਡਾ ਜਾਏ ਚੱਲ, ਸਤਿਗੁਰ ਕੋਟ ਪਿੰਡਾ ਆਗੇ ਹੋਏ ਲੇਤ ਹੈ। ਤਾਂ ਜਦੋਂ ਗੁਰੂ ਦਾ ਸਿੱਖ, ਗੁਰੂ ਮਹਾਰਾਜ ਦੇਖਦੇ ਕਿ ਸਾਡਾ ਸਿੱਖ ਚੱਲ ਕੇ ਆ ਰਿਹਾ ਹੈ, ਤੇ ਆਪ ਮਹਾਰਾਜ ਅਨੇਕਾਂ ਹੀ ਕਦਮ, ਕਰੋੜਾਂ ਹੀ ਕਦਮ ਮਹਾਰਾਜ ਦੇ ਪਿਆਰੇ ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਧੰਨ ਆਖਣਾ ਕਰਦੇ ਨੇ ਕਿ ਉਹ ਕਰੋੜਾਂ ਹੀ ਕਦਮ ਅੱਗੇ ਹੋ ਕਰਕੇ ਜੀਵ ਨੂੰ ਲੈਣ ਵਾਸਤੇ ਆ ਜਾਂਦੇ ਨੇ, ਜੀਵ ਦੀ ਸਹਾਇਤਾ ਕਰਨਾ ਕਰਦੇ ਨੇ। ਤਾਂ ਜਦੋਂ ਦੇਖਣਾ ਕਰਦੇ ਨਾ ਕਿ ਜੀਵ ਆ ਰਹੇ ਆ, ਚੱਲ ਕੇ ਆ ਰਹੇ ਆ ਸਾਡੇ ਦਰਸ਼ਨ ਲਈ, ਫਿਰ ਮਹਾਰਾਜ ਆਪਣੇ ਉਪਦੇਸ਼ ਦੀ ਦਾਤ ਦੇਣਾ ਕਰਦੇ ਨੇ। ਜਦੋਂ ਉਪਦੇਸ਼ ਦੀ ਦਾਤ ਦਿੰਦੇ, ਇੱਕ ਇਹ ਵੀ ਕਿਰਪਾ ਹੋਇਆ ਕਰਦੀ। ਤੇ ਜਦੋਂ ਉਪਦੇਸ਼ ਦੇ ਉੱਪਰ ਆਪ ਮਹਾਰਾਜ ਕਹਿਣਾ ਕਰਦੇ, ਜੀ ਗੁਰੂ ਦਾ ਸਿੱਖ ਚੱਲਦਾ ਹੈ ਨਾ, ਗੁਰੂ ਦੇ ਸਿੱਖ ਦਾ ਚੱਲਣਾ ਇਹ ਵੀ ਇੱਕ ਕਿਰਪਾ ਹੈ। ਬਿਨਾਂ ਕਿਰਪਾ ਤੋਂ ਇਨਸਾਨ ਚੱਲ ਨਹੀਂ ਸਕਦਾ। ਸੋ ਆਪ ਇਹ ਵੀ ਇੱਕ ਤਰ੍ਹਾਂ ਦੀ ਕਿਰਪਾ ਹੋਇਆ ਕਰਦੀ। ਤੇ ਜਦੋਂ ਗੁਰੂ ਦਾ ਸਿੱਖ ਚੱਲਦਾ, ਫਿਰ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਹੋਰ ਵਰਤ ਜਾਂਦੀਆਂ ਨੇ, ਕਿਰਪਾ ਹੋਰ ਵਰਤ ਜਾਂਦੀ ਹੈ, ਤੇ ਉਹਨੂੰ ਪਰਮੇਸ਼ਰ ਜੀਆਂ ਦੇ ਦੀਦਾਰ ਹੋ ਜਾਇਆ ਕਰਦੇ। ਕਿਉਂਕਿ ਗੁਰੂ ਮਹਾਰਾਜ ਜੀਆਂ ਦਾ ਜਿਹੜਾ ਸ਼ਬਦ ਹੈ ਉਹ ਇੱਕ
ਮਲਾਹ ਦਾ ਕਾਜ ਕਰਦਾ ਹੈ। ਜਿੱਦਾਂ ਮਲਾਹ ਨਾ ਹੋਵੇ ਬੇੜੀ ਦੇ ਵਿੱਚ ਤੇ ਉਹ ਬੇੜੀ ਜਾਣਾ ਨਹੀਂ ਕਰਦੀ, ਉਹ ਬੇੜੀ ਇੱਕ ਜਗ੍ਹਾ ਤੇ ਖੜੀ ਰਹਿੰਦੀ ਏ, ਨਹੀਂ ਤਾਂ ਡੁੱਬ ਜਾਇਆ ਕਰਦੀ। ਤਾਂ ਜਦੋਂ ਮਲਾਹ ਰੂਪੀ ਸ਼ਬਦ ਆਪ ਬੇੜੀ ਵਿੱਚ ਹੋਣ ਤੇ ਜੀਵ ਬੇੜੀ ਵਿੱਚ ਸਵਾਰ ਹੋਵੇ ਤਾਂ ਇੱਕ ਸਮੁੰਦਰ ਦੇ ਕੰਢੇ ਤੋਂ ਜੀਵ ਬੇੜੀ ਨਾਲ ਦੂਜੇ ਸਮੁੰਦਰ ਦੇ ਕੰਢੇ ਤੇ ਪਹੁੰਚ ਜਾਇਆ ਕਰਦਾ ਹੈ। ਗੁਰੂ ਮਹਾਰਾਜ ਜੀਆਂ ਦਾ ਸ਼ਬਦ ਐਸਾ ਮਲਾਹ ਰੂਪ ਹੈ। ਤਾਂ ਮਹਾਰਾਜ ਸ਼ਬਦ ਦੀ ਆਰੰਭਤਾ ਕਰਦਿਆਂ ਹੋਇਆਂ ਫੁਰਮਾਨ ਕਰਨਾ ਕਰਦੇ ਨੇ। ਮਹਾਰਾਜ ਕਲਗੀਧਰ ਪਾਤਸ਼ਾਹ ਜੀਆਂ ਨੇ ਵੀ ਸਿੱਖਾਂ ਨੂੰ ਸਮਝਾਉਣਾ ਕੀਤਾ ਸੀ। ਗੁਰਸੰਗਤ ਜੀ ਜਦੋਂ ਤੀਰ ਦੇ ਨਾਲ ਖੰਭ ਮਹਾਰਾਜ ਜੀਆਂ ਨੇ ਜੜਵਾ ਕਰਕੇ ਆਕਾਸ਼ ਵੱਲ ਛਡਵਾਏ ਤੇ ਖੰਭ ਆਪਣੇ ਨਾਲ ਤੀਰਾਂ ਨੂੰ ਉਸੇ ਦੇਸ਼ ਵਿੱਚ ਲੈ ਗਏ ਜਿੱਥੋਂ ਉਹ ਖੰਭ ਆਪ ਆਏ ਸਨ। ਮਹਾਰਾਜ ਕਹਿੰਦੇ ਤੁਸੀਂ ਸ਼ਬਦ ਦੇ ਨਾਲ ਜੁੜੋਗੇ ਨਾ ਤੇ ਸ਼ਬਦ ਵੀ ਤੁਹਾਨੂੰ ਉੱਥੇ ਲੈ ਕਰਕੇ ਜਾਵੇਗਾ ਜਿੱਥੋਂ ਸ਼ਬਦ ਆਇਆ ਹੈ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ, ਦਇਆਲ ਪੁਰਖ ਮਿਹਰਵਾਨਾ ਹਰ ਨਾਨਕ ਸਾਚ ਵਖਾਨਾ। ਤਾਂ ਮਹਾਰਾਜ ਸ਼ਬਦ ਦੀ ਆਰੰਭਤਾ ਕਰਦਿਆਂ ਹੋਇਆਂ ਫੁਰਮਾਨ ਕਰਨਾ ਕਰਦੇ ਨੇ, ਐਸੋ ਗੁਣ ਮੇਰੋ ਪ੍ਰਭ ਜੀ ਕੀਨ। ਤਾਂ ਐਸੇ ਪਰਮੇਸ਼ਰ ਜੀਆਂ ਨੇ ਸਾਡੇ ਅੰਦਰ ਐਸੇ ਗੁਣ ਪੈਦਾ ਕਰ ਦਿੱਤੇ ਨੇ ਜਿਸ ਬਾਬਤ ਅਸੀਂ ਸੋਚਿਆ ਵੀ ਨਹੀਂ ਸੀ। ਜਦੋਂ ਨਾਮ ਜਪਣਾ ਕਰਦਾ ਹੈ ਗੁਰੂ ਦਾ ਸਿੱਖ, ਗੁਰੂ ਦੀ ਕਿਰਪਾ ਨਾਲ ਉਹਦੇ ਅੰਦਰ ਧਰਮ ਦੇ ਗੁਣ ਪੈਦਾ ਹੋ ਜਾਂਦੇ ਨੇ। ਉਹਦੇ ਅੰਦਰ ਦਇਆ ਪੈਦਾ ਹੋ ਜਾਵੇਗੀ, ਉਹਦੇ ਅੰਦਰ ਤਰਸ ਪੈਦਾ ਹੋ ਜਾਵੇਗਾ। ਜਿਹਦੇ ਅੰਦਰ ਇਹ ਗੁਣ ਨਹੀਂ ਉਹ ਇਨਸਾਨ ਕਦੀ ਧਰਮੀ ਨਹੀਂ ਹੋ ਸਕਦਾ। ਤਾਂ ਉਹਦਾ ਕੀਤਾ ਹੋਇਆ ਕਰਮ ਜਿਹੜਾ ਹੁੰਦਾ ਨਾ ਉਹ ਧਰਮ ਦਾ ਰੂਪ ਨਹੀਂ, ਉਹ ਪਖੰਡ ਬਣ ਜਾਂਦਾ। ਜੇ ਕਿਸੇ ਜੀਵ ਦੇ ਸੱਟ ਵੱਜੀ, ਭਾਵੇਂ ਪੰਛੀ ਹੋਵੇ ਕੋਈ ਵੀ ਹੋਵੇ, ਜੇ ਉਹਨੂੰ ਦੇਖ ਕਰਕੇ ਤੁਹਾਡੇ ਅੰਦਰ ਤਰਸ ਨਹੀਂ ਆ ਰਿਹਾ, ਦਇਆ ਨਹੀਂ ਆ ਰਿਹਾ, ਤੁਸੀਂ ਉਹਦੀ ਮਦਦ ਨਹੀਂ ਕਰ ਰਹੇ, ਤਾਂ ਗੁਰਸੰਗਤ ਜੀ ਖਿਮਾ ਕਰਿਆ ਜੇ ਅਸੀਂ ਧਰਮੀ ਨਹੀਂ ਹਾਂ। ਤਾਂ ਆਪ ਸਾਡਾ ਕੀਤਾ ਹੋਇਆ ਧਰਮ ਜਿਹੜਾ ਕਰਮ ਹੋਵੇਗਾ ਉਹ ਕਰਮ ਧਰਮ ਦਾ ਰੂਪ ਨਹੀਂ ਹੋ ਸਕਦਾ। ਵਾਹਿਗੁਰੂ ਉਹ ਕਰਮ ਜਿਹੜਾ ਹੈ ਉਹ ਧਰਮ ਦਾ ਰੂਪ ਨਹੀਂ ਹੁੰਦਾ, ਉਹ ਫਿਰ ਪਖੰਡ ਹੋ ਜਾਂਦਾ ਹੈ। ਦੇਖਾ ਦੇਖੀ ਆਪਾਂ ਜ਼ਰੂਰ ਕਰਵਾਣਾ ਕਰਦੇ ਹਾਂ, ਪਰ ਦਿਖਾਣਾ ਵਾਹਿਗੁਰੂ ਦਿਖਾਣਾ ਕਰਦੇ ਹਾਂ ਕਿ ਅਸੀਂ ਧਰਮੀ ਹਾਂ, ਪਰ ਉਹ ਇਨਸਾਨ ਧਰਮੀ ਨਹੀਂ ਹੈ ਜਿਹਦੇ ਅੰਦਰ ਦਇਆ ਦਾ ਗੁਣ ਨਹੀਂ ਹੈ, ਜਿਹਦੇ ਅੰਦਰ ਤਰਸ ਵਾਲਾ ਗੁਣ ਨਹੀਂ, ਜਿਹਦੇ ਅੰਦਰ ਖਿਮਾ ਦਾ ਗੁਣ ਨਹੀਂ ਹੈ, ਉਹ ਇਨਸਾਨ ਧਰਮੀ ਨਹੀਂ ਹੋ ਸਕਦਾ। ਜਿੱਥੇ ਦਇਆ ਹੋਵੇਗੀ ਤੇ ਪਿਆਰੇ ਇਹ ਵੀ ਕਹਿਣਾ ਕਰਦੇ, ਜਿੱਥੇ ਖਿਮਾ ਹੋਵੇਗੀ ਉੱਥੇ ਪਰਮੇਸ਼ਰ ਦਾ ਆਪ ਵਾਸਾ ਹੁੰਦਾ ਹੈ, ਉਹ ਇਨਸਾਨ ਧਰਮੀ ਹੋ ਜਾਂਦਾ। ਤਾਂ ਐਸਾ ਜਿਹੜਾ ਗੁਣ ਹੈ ਉਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਜਦੋਂ ਗੁਰੂ ਦਾ ਸਿੱਖ ਗੁਰੂ ਮਹਾਰਾਜ ਜੀਆਂ ਦੀ ਬਾਣੀ ਨੂੰ ਪੜ੍ਹਦਾ ਹੈ, ਬਾਣੀ ਉੱਪਰ ਚੱਲਣਾ ਕਰਦਾ ਹੈ, ਮਹਾਰਾਜ ਦੇ ਉਪਦੇਸ਼ ਜੀਆਂ ਨੂੰ ਕਮਾਉਣਾ ਕਰਦਾ ਹੈ, ਤਾਂ ਪਰਮੇਸ਼ਰ ਸਾਡੇ ਅੰਦਰ ਐਸੇ ਗੁਣ ਪੈਦਾ ਕਰ ਦੇਣਾ ਕਰਦੇ ਨੇ ਜਿਹੜੇ ਇਨਸਾਨ ਨੇ ਸੋਚੇ ਵੀ ਨਹੀਂ ਹੁੰਦੇ। ਮਾੜੇ ਤੋਂ ਮਾੜਾ ਇਨਸਾਨ ਵੀ ਉਹ ਚੰਗਾ ਬਣ ਜਾਂਦਾ ਹੈ। ਤਾਂ ਗੁਰਸੰਗਤ ਜੀ ਇੱਕ ਵਾਰ ਜੋ ਇੱਕ ਪਿਆਰੇ ਸਨ, ਉਹ ਆਪ
ਕਾਜ ਤੇ ਦੂਸਰਾ ਕਰਦੇ ਨੇ, ਪਰ ਜਦੋਂ ਨਾਮ ਜਪਿਆ ਤੇ ਪਰਮੇਸ਼ਰ ਦਾ ਰਾਮ ਦਾ ਹੀ ਰੂਪ ਹੋ ਗਏ, ਐਸੇ ਗੁਣ ਪ੍ਰਗਟ ਹੋ ਗਏ। ਫਰਮਾਨ ਨੇ ਨਾ ਕਿ ਤਾਂ ਆਪ ਭਗਤ ਵਾਲਮੀਕ ਜੀ ਜੋ ਕਿ ਦੂਜਾ ਕਾਰਜ ਕਰਦੇ ਸਨ, ਤਾਂ ਗੁਰਸੰਗਤ ਜੀ ਜਦੋਂ ਪਿਆਰੇ ਆਏ ਤਾਂ ਉਹਨਾਂ ਨੇ ਨਾਮ ਜਪ ਲੈਣਾ ਕੀਤਾ। ਵਾਹਿਗੁਰੂ ਰਾਮ 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 ਕਹਿੰਦਿਆਂ ਹੋਇਆਂ ਉਹ ਆਪ ਗੁਰਸੰਗਤ ਜੀ ਰਾਮ ਦਾ ਹੀ ਰੂਪ ਹੋ ਗਏ। ਦਇਆ, ਸਬਰ, ਸੰਤੋਖ, ਸੰਜਮ ਵਾਲੇ ਜਿਹੜੇ ਗੁਣ ਸੀ, ਤਰਸ ਵਾਲੇ ਗੁਣ, ਦੂਸਰੇ ਨੂੰ ਖਿਮਾ ਕਰਨ ਵਾਲੇ ਗੁਣ ਆਪ ਜੀਆਂ ਦੇ ਅੰਦਰ ਹੀ ਪੈਦਾ ਹੋ ਗਏ। ਤਾਂ ਮਹਾਰਾਜ ਕਹਿਣਾ ਕਰਦੇ ਹੀ ਨੇ, ਪਰਮੇਸ਼ਰ ਜੀਆਂ ਨੇ ਸਾਡੇ ਅੰਦਰ ਐਸੇ ਗੁਣ ਪੈਦਾ ਕਰਨਾ ਕੀਤੇ। ਐਸੋ ਗੁਣ ਮੇਰੋ ਪ੍ਰਭ ਜੀ ਕੀਨ, ਪੰਚ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। 5 ਪ੍ਰਕਾਰ ਦੇ ਤਤ ਹੋਇਆ ਕਰਦੇ ਨੇ। ਇੱਕ ਸੂਖਮ ਤਤ ਹੈ ਤੇ ਇੱਕ ਹੋਰ ਦੂਜੇ ਤਤ ਹੋਇਆ ਕਰਦੇ ਨੇ ਜਿਹੜੇ ਸੂਖਮ ਨਾ ਹੋਣ। ਤਾਂ ਇੱਕ 5 ਤਤ ਤੇ ਉਹ ਨੇ ਨਾ ਜਿਹੜੇ ਜਿਨ੍ਹਾਂ ਦੇ ਨਾਲ ਸਾਡੀ ਇਹ ਦੇਹ ਬਣੀ, ਹਵਾ, ਪਾਣੀ, ਧਰਤੀ, ਆਕਾਸ਼ ਤੇ ਮਿੱਟੀ, ਇਹਨਾਂ 5 ਤੱਤਾਂ ਤੋਂ ਸਾਡਾ ਇਹ ਸਰੀਰ ਬਣਿਆ। ਤਾਂ ਫਿਰ ਇੱਕ ਸੂਖਮ ਤੱਤ ਵੀ ਹੋਇਆ ਕਰਦੇ ਨੇ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ। ਤੇ ਇਹਨਾਂ ਦੇ ਨਾਲ ਜੇ ਅਸੀਂ ਚੰਗਾ ਦੇਖਣਾ ਕਰੀਏ ਤੇ ਫਿਰ ਤਾਂ ਅਸਰ ਚੰਗਾ ਵੀ ਹੁੰਦਾ ਹੈ, ਪਰ ਜੇ ਇਹਨਾਂ ਦੇ ਨਾਲ ਮਾੜਾ ਦੇਖਣਾ ਕਰੀਏ ਤਾਂ ਫਿਰ ਇਹਨਾਂ ਦਾ ਅਸਰ ਮਾੜਾ ਵੀ ਹੋ ਜਾਇਆ ਕਰਦਾ ਹੈ। ਸ਼ਬਦ ਭਾਵ ਜੇ ਅਸੀਂ ਮਾੜਾ ਕਰਮ, ਮਾੜੇ ਬਚਨ ਸੁਣਨਾ ਕਰ ਰਹੇ ਹਾਂ ਕਿਸੇ ਕੋਲੋਂ, ਫਿਰ ਸਾਡੇ ਅੰਦਰ ਕ੍ਰੋਧ ਪੈਦਾ ਹੋ ਜਾਵੇਗਾ, ਫਿਰ ਸਾਡੇ ਅੰਦਰ ਹੋਰ ਰੋਗ ਪੈਦਾ ਹੋ ਜਾਣਗੇ। ਪਰ ਜੇ ਗੁਰਸੰਗਤ ਦੀ ਚੰਗਾ ਦੇਖਣਾ ਕਰ ਰਹੇ ਆ ਫਿਰ ਚੰਗੇ ਗੁਣ ਪੈਦਾ ਹੁੰਦੇ ਨੇ। ਹੁਣ ਅੱਜ ਕੱਲ ਸੁਣਨੀ ਤੇ ਮਹਾਰਾਜ ਜੀਆਂ ਦੀ ਬਾਣੀ ਚਾਹੀਦੀ ਸੀ, ਇਨਸਾਨ ਗੰਦੇ ਲੱਚਰ ਗੀਤ ਸੁਣਨਾ ਕਰ ਰਿਹਾ। ਉਹਦੇ ਕਰਕੇ ਹੁੰਦਾ ਕੀ ਇਹ ਕਾਮ ਦਾ ਰੋਗ ਪੈਦਾ ਹੋ ਰਿਹਾ। ਉਹਦੇ ਕਰਕੇ ਮਾੜੇ ਬਚਨ, ਮਾੜੀ ਸੋਚ ਪੈਦਾ ਹੋ ਰਹੀ ਹੈ। ਐਸੇ ਕਾਰਨ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਮਾੜਾ ਸੁਣਨਾ ਹੈ ਨਾ, ਇਹਦੇ ਕਰਕੇ ਵੀ ਰੋਗ ਪੈਦਾ ਹੋ ਜਾਂਦਾ ਹੈ। ਇਨਸਾਨ ਦਾ ਮਨ ਖਰਾਬ ਹੋਇਆ ਕਰਦਾ ਹੈ। ਸ਼ਬਦ ਭਾਵ ਜੇ ਸੁਣਨਾ ਹੀ ਹੈ ਤੇ ਚੰਗੀ ਗੱਲ ਸੁਣਨਾ ਕਰੋ। ਇਹ ਸ਼ਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ। ਤਾਂ ਗੁਰੂ ਮਹਾਰਾਜ ਜੀਆਂ ਦੀ ਬਾਣੀ ਸੁਣਨੀ ਸੀ, ਪਰ ਸੁਣਨਾ ਕੀ ਕਰ ਰਿਹਾ ਹੈ? ਮੋਹਨ ਸ਼ਰਵਨੀ ਇਹ ਨਾ ਸੁਨਾਏ, ਸਾਕਤ ਗੀਤ ਨਾਦ ਧੁਨ ਗਾਵਤ, ਬੋਲਤ ਬੋਲ ਅਜਾਏ। ਤਾਂ ਇਹ ਲੱਚਰ ਗੀਤ ਸੁਣਨਾ ਕਰ ਰਿਹਾ ਹੈ ਜਿਹਦੇ ਨਾਲ ਪਰਮੇਸ਼ਰ ਜੀਆਂ ਤੋਂ ਪ੍ਰੀਤੀ ਟੁੱਟਦੀ ਹੈ। ਸੋ ਆਪ ਮਹਾਰਾਜ ਕਹਿਣਾ ਕਰਦੇ ਨੇ, ਨੇਤਰੀ ਸਤਿਗੁਰ ਪੇਖਣਾ, ਸ਼ਰਵਣੀ ਸੁਨਣਾ ਗੁਰਨਾਓ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਓ। ਨੇਤਰਾਂ ਦੇ ਨਾਲ ਉਸ ਪਰਮੇਸ਼ਰ ਜੀਆਂ ਦੇ ਦਰਸ਼ਨ ਕਰਨੇ ਚਾਹੀਦੇ ਨੇ। ਸ਼ਰਵਣੀ ਸੁਨਣਾ ਗੁਰਨਾਓ, ਸ਼ਰਵਣੀ ਭਾਵ ਕੰਨਾਂ ਦੇ ਨਾਲ ਪਰਮੇਸ਼ਰ ਜੀਆਂ ਦਾ ਨਾਮ ਸੁਣਨਾ ਚਾਹੀਦਾ ਹੈ। ਜੋ ਦੇਖਾਂਗੇ ਗੁਰਸੰਗਤ ਜੀ ਮਹਾਰਾਜ ਜੀਆਂ ਦੇ ਦਰਸ਼ਨ ਕਰਾਂਗੇ, ਮਹਾਰਾਜ ਜੀਆਂ ਦੀ ਬਾਣੀ ਨੂੰ ਸੁਣਾਂਗੇ, ਰਸਨਾ ਦੇ ਨਾਲ ਗੁਰੂ ਮਹਾਰਾਜ ਜੀਆਂ ਦੀ ਬਾਣੀ ਨੂੰ ਗਾਇਨ ਕਰਨਾ ਕਰਾਂਗੇ, ਮਹਾਰਾਜ ਦੀ ਬਾਣੀ
ਸਾਡੇ ਮਨ ਦੇ ਉੱਤੇ ਅਸਰ ਕਰੇਗੀ, ਸਾਡਾ ਮਨ ਚੰਗਾ ਹੋ ਜਾਵੇਗਾ। ਜੇ ਮਾੜੇ ਬਚਨ ਸੁਣਨਾ ਕਰਾਂਗੇ ਤਾਂ ਆਪ ਮਾੜਾ ਦੇਖਣਾ ਕਰਾਂਗੇ ਤੇ ਗੁਰਸੰਗਤ ਜੀ ਮਨ ਦੇ ਉੱਤੇ ਉਹਦਾ ਅਸਰ ਮਾੜਾ ਹੋਵੇਗਾ। ਤਾਂ ਮਹਾਰਾਜ ਕਹਿਣਾ ਕਰਦੇ ਨੇ ਕਿ ਇੱਕ ਪੰਜ ਦੋਖ ਭਾਵ ਪੰਜ ਦੋਖ ਜਿਹੜੇ ਹੋਇਆ ਕਰਦੇ ਇੱਕ ਸ਼ਬਦ ਤੋਂ ਪੈਦਾ ਹੋ ਜਾਂਦਾ ਜੇ ਮਾੜੇ ਬਚਨ ਸੁਣਨਾ ਕਰੀਏ। ਸਪਰਸ਼ ਭਾਵ ਜੇ ਅਸੀਂ ਕਿਸੇ ਨੂੰ ਸਪਰਸ਼ ਕਰਦੇ, ਕਈ ਰੋਗ ਐਸੇ ਹੁੰਦੇ ਨੇ ਜਿਹੜੇ ਛੂਤ ਦੇ ਰੋਗ ਹੋਇਆ ਕਰਦੇ, ਉਹ ਆਪਾਂ ਨੂੰ ਵੀ ਲੱਗ ਜਾਇਆ ਕਰਦੇ ਨੇ। ਜਿੱਦਾਂ ਪਿੱਛੇ ਕਰੋਨਾ ਵਾਇਰਸ ਦਾ ਹੀ ਰੋਗ ਆਇਆ ਸੀ, ਇਹ ਛੂਤ ਦਾ ਹੀ ਰੋਗ ਸੀ ਨਾ। ਤਾਂ ਆਪ ਸ਼ਬਦ ਸਪਰਸ਼ ਰੂਪ, ਹੁਣ ਕਿਸੇ ਨੂੰ ਦੇਖ ਕਰਕੇ ਕਿਸੇ ਦੇ ਉੱਤੇ ਮੋਹਿਤ ਹੋ ਜਾਣਾ, ਇਹ ਵੀ ਕਾਮ ਰੋਗ ਫਿਰ ਪੈਦਾ ਕਰ ਦਿੰਦਾ ਹੈ। ਸ਼ਬਦ ਸਪਰਸ਼ ਰੂਪ ਰਸ ਤੇ ਗੰਧ। ਤਾਂ ਰਸ ਦੀ ਗੱਲ ਕਰੀਏ ਤੇ ਗੁਰਸੰਗਤ ਜੀ, ਜੇ ਰਸ ਸਾਨੂੰ ਚੰਗਾ ਲੱਗੇ ਤੇ ਇਨਸਾਨ ਉਹਦੇ ਪਿੱਛੇ ਲੁਭਾਏਮਾਨ ਹੋ ਜਾਂਦਾ ਹੈ। ਔਰ ਐਸਾ ਲੁਭਾਏਮਾਨ ਹੁੰਦਾ ਕਿ ਉਹਨੂੰ ਵਿਵੇਕ ਬੁੱਧੀ ਉਹਦੇ ਅੰਦਰ ਰਹਿੰਦੀ ਨਹੀਂ, ਉਹ ਵਿਚਾਰ ਹੀ ਨਹੀਂ ਕਰਦਾ ਕਿ ਬਈ ਇਹ ਮੇਰੇ ਵਾਸਤੇ ਛਕਣਾ ਚੰਗਾ ਹੈ ਕਿ ਨਹੀਂ, ਉਹ ਛਕ ਜਾਇਆ ਕਰਦਾ ਹੈ। ਕਬਹੂ ਜੀੜਾ ਊਬ ਚੜਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਤਾਂ ਉਹ ਚਾਰੇ ਕੁੰਡਾਂ ਦੇ ਵਿੱਚ ਭਾਲਦਾ ਫਿਰਦਾ ਹੈ। ਜੋ ਕੁਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣਈ ਭਖ ਅਭਖ ਸਭ ਖਾਏ। ਤਾਂ ਉਹ ਆਪ ਚੰਗਾ ਮਾੜਾ ਸਭ ਖਾ ਜਾਇਆ ਕਰਦਾ ਹੈ। ਚੰਗਾ ਤੇ ਨਹੀਂ ਖਾਂਦਾ, ਜ਼ਿਆਦਾਤਰ ਮਾੜਾ ਹੀ ਖਾਂਦਾ ਹੈ। ਔਰ ਮਾੜਾ ਖਾਣ ਦੇ ਨਾਲ ਮਨ ਦੇ ਉੱਤੇ ਮਾੜਾ ਅਸਰ ਹੁੰਦਾ ਹੈ, ਮਨ ਰੋਗੀ ਹੋ ਜਾਇਆ ਕਰਦਾ ਹੈ। ਤਾਂ ਇਸ ਪ੍ਰਕਾਰ ਦੇ ਨਾਲ ਇਹ ਪੰਜ ਦੋਖ ਜਿਹੜੇ ਨੇ ਤੇ ਇਹ ਰੋਗ ਜਿਹੜੇ ਨੇ ਉਹ ਪੈਦਾ ਹੋ ਜਾਇਆ ਕਰਦੇ ਨੇ। ਇੱਕ ਤੇ ਚੰਗਾ ਖਾਣਾ ਕਰੀਏ, ਚੰਗਾ ਰਹਿਣਾ ਕਰੀਏ ਤੇ ਉਸ ਮਾਲਕ ਜੀਆਂ ਨੂੰ ਯਾਦ ਕਰਨਾ ਕਰੀਏ, ਕੋਈ ਰੋਗ ਨਹੀਂ ਲੱਗੇਗਾ। ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਤਾਂ ਆਪ ਜਿਹੜਾ ਖਸਮ ਨੂੰ ਵਿਸਾਰਦਾ ਉਹਨੂੰ ਸਾਰੇ ਰੋਗ ਲੱਗਦੇ ਨੇ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਤਾਂ ਉਹਨੂੰ ਹਰ ਪ੍ਰਕਾਰ ਦੇ ਰੋਗ ਵਿਆਪ ਜਾਂਦੇ ਨੇ। ਮਹਾਰਾਜ ਕਹਿੰਦੇ ਆ ਕੇ ਲੱਗ ਜਾਂਦੇ ਨੇ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ। ਤਾਂ ਆਪ ਮਹਾਰਾਜ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀਆਂ ਤੋਂ ਬਿਨਾਂ ਨਾ ਐਸਾ ਹੈ ਕਿ ਹਰ ਪ੍ਰਕਾਰ ਦੇ ਹੀ ਰੋਗ ਆ ਕਰਕੇ ਲੱਗਦੇ ਨੇ ਤੇ ਨਾਲ ਸਾਰੇ ਰੋਗ ਹੀ ਆਪਣੇ ਉੱਪਰ ਓੜੇ ਜਾਂਦੇ ਨੇ ਤੇ ਨਾਲ ਸੰਸਾਰਕ ਜੀਵਾਂ ਦੇ ਨਾਲ ਰਹਿਣਾ ਤੇ ਐਸਾ ਹੁੰਦਾ ਹੈ ਜਿੱਦਾਂ ਨਾਗਾਂ ਦੇ ਨਾਲ ਰਹਿਣਾ। ਤਾਂ ਆਪ ਮਹਾਰਾਜ ਕਹਿੰਦੇ ਨੇ, ਪਰਮੇਸ਼ਰ ਨੇ ਨਾਮ ਸਿਮਰਨ ਜੀਆਂ ਦੀ ਦਾਤ ਦੇ ਕਰਕੇ ਸਾਨੂੰ ਸਾਡੇ ਅੰਦਰੋਂ ਪੰਜ ਦੋਖ ਤੇ ਹੰਕਾਰ ਦਾ ਜਿਹੜਾ ਰੋਗ ਹੈ ਇਹ ਤਨ ਤੋਂ ਸਦਾ ਵਾਸਤੇ ਦੂਰ ਕਰ ਦੇਣਾ ਕੀਤਾ ਹੈ। ਪੰਚ ਦੋਖ ਅਰ ਅਹੰ ਰੋਗ, ਇਹ ਤਨ ਤੇ ਸਗਲ ਦੂਰ ਕੀਨ। ਰਹਾਉ ਵਿਸਰਾਮ ਦੇ ਕਰਕੇ ਮਹਾਰਾਜ ਸੰਪੂਰਨ ਸ਼ਬਦ ਜੀਆਂ ਦੇ ਕੇਂਦਰੀ ਭਾਵ ਇਹਨਾਂ ਬਚਨਾਂ ਵਿੱਚ ਦਰਸਾ ਕਰਕੇ ਫਰਮਾਨ ਕਰਨਾ ਕਰਦੇ ਨੇ। ਬੰਧਨ ਤੋਰ ਛੋਰ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀਰੇ ਦੀਨ। ਤਾਂ ਆਪ ਜਦੋਂ ਗੁਰੂ ਮਹਾਰਾਜ ਜੀਆਂ ਨੇ ਕਿਰਪਾ ਕਰਨਾ ਕੀਤੀ ਤੇ
ਜਦੋਂ ਆਪਣਾ ਸ਼ਬਦ ਸਾਡੇ ਹਿਰਦੇ ਵਿੱਚ ਵਸਾਉਣਾ ਕੀਤਾ ਤੇ ਗੁਰੂ ਦੇ ਸ਼ਬਦ ਨੇ ਸਾਡੇ ਬੰਧਨਾਂ ਨੂੰ, ਵਹਿਮਾਂ ਭਰਮਾਂ ਦੇ ਬੰਧਨਾਂ ਨੂੰ ਤੋੜ ਦੇਣਾ ਕੀਤਾ। ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਤਾਂ ਜਿਹੜਾ ਨਾਮ ਨੂੰ ਵਿਸਾਰ ਦਿੰਦਾ ਹੈ, ਮਹਾਰਾਜ ਕਹਿੰਦੇ ਉਹ ਬਿਨਸ ਜਾਇਆ ਕਰਦਾ ਹੈ। ਸਾਰਾ ਜਗਤ ਜਿਹੜਾ ਹੈ ਨਾਮ ਨੂੰ ਵਿਸਾਰ ਕਰਕੇ ਬਿਨਸਦਾ ਹੈ। ਰੂਪ ਅਨਰੂਪ ਮੋਰੋ ਕਛ ਨਾ ਵਿਚਾਰਿਓ, ਪ੍ਰੇਮ ਗਹਿਓ ਮੋਹਿ ਹਰ ਰੰਗ ਭੀਨ। ਤਾਂ ਜਦੋਂ ਗੁਰੂ ਦੇ ਸਿੱਖ ਨੇ ਗੁਰੂ ਦੀ ਕਿਰਪਾ ਨਾਲ ਨਾਮ ਜਪਣਾ ਕੀਤਾ ਨਾ, ਤੇ ਫਿਰ ਪਰਮੇਸ਼ਰ ਨੇ ਦੇਖਣਾ ਨਹੀਂ ਕੀਤਾ ਕਿ ਬਈ ਇਹਦਾ ਰੂਪ ਕਿਸ ਪ੍ਰਕਾਰ ਦਾ ਹੈ। ਰੂਪ ਚੰਗਾ ਹੈ ਕਿ ਮਾੜਾ, ਉਹ ਪਰਮੇਸ਼ਰ ਦੇਖਦਾ ਨਹੀਂ। ਤੇ ਉਹ ਤੇ ਜਦੋਂ ਬਖਸ਼ਿਸ਼ਾਂ ਕਰਨ ਤੇ ਆਉਂਦੇ ਨੇ, ਬਖਸ਼ਿਸ਼ਾਂ ਕਰਦੇ ਜਾਂਦੇ ਨੇ, ਕਰ ਦਿੰਦੇ ਨੇ। ਤਾਂ ਆਪ ਮਹਾਰਾਜ ਕਿਹੜਾ ਕਰਦੇ ਨੇ, ਰੂਪ ਤੇ ਅਨਰੂਪ ਜਿਹੜਾ ਹੈ ਉਹ ਸਾਡਾ ਪਰਮੇਸ਼ਰ ਜੀਆਂ ਨੇ ਵਿਚਾਰ ਨਹੀਂ ਕਰਨਾ ਕੀਤੀ, ਤੇ ਮਹਾਰਾਜ ਨੇ ਆਪਣੀ ਕਿਰਪਾ ਕਰ ਦੇਣਾ ਕੀਤੀ, ਪ੍ਰੇਮ ਦੀ ਦਾਤ ਦੇਣਾ ਕੀਤੀ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤਾਂ ਆਪ ਐਸਾ ਮਾਲਕ ਜੀਆਂ ਦਾ ਜਿਹੜਾ ਪ੍ਰੇਮ ਹੈ ਉਹ ਸਾਨੂੰ ਮਨ ਕਰਕੇ ਤਨ ਕਰਕੇ ਨਾਮ ਦੇ ਨਾਲ ਭਿਜਾ ਗਿਆ ਅੰਦਰੋਂ, ਜੋੜ ਦੇਣਾ ਕੀਤਾ। ਦੋ ਪ੍ਰਕਾਰ ਦਾ ਪ੍ਰੇਮ ਹੋਇਆ ਕਰਦਾ ਹੈ, ਇੱਕ ਇਸ਼ਕ ਹਕੀਕੀ ਹੈ, ਇੱਕ ਇਸ਼ਕ ਮਜਾਜੀ ਹੈ। ਹਕੀਕਤ ਵਾਲਾ ਪ੍ਰੇਮ ਉਹ ਹੈ ਜਿਹੜਾ ਜੀਵ ਨੂੰ ਪਰਮੇਸ਼ਰ ਜੀਆਂ ਦੇ ਨਾਲ ਲੱਗਣਾ ਕਰਦਾ ਹੈ, ਤੇ ਇੱਕ ਮਜਾਜੀ ਹੈ ਜਿਹੜਾ ਇਨਸਾਨ ਨੂੰ ਇਨਸਾਨ ਦੇ ਨਾਲ ਹੀ ਲੱਗਦਾ ਹੈ। ਜਿਹੜਾ ਹਕੀਕਤ ਵਾਲਾ ਪ੍ਰੇਮ ਹੈ ਉਹ ਤੋੜ ਨਿਭਦਾ ਹੈ, ਪਰ ਜਿਹੜਾ ਮਜਾਜੀ ਵਾਲਾ ਪ੍ਰੇਮ ਹੈ ਉਹ ਤੋੜ ਨਹੀਂ ਨਿਭਦਾ, ਉਹ ਖਤਮ ਹੋ ਜਾਇਆ ਕਰਦਾ ਹੈ। ਵੇਖਿਓ ਲਾਲਨ ਪਾਟ ਬੀਚ ਖੋਏ, ਅਨੰਦ ਚਿਤਾ ਹਰਖੇ ਪਤੀਨ। ਤਾਂ ਆਪ ਮਹਾਰਾਜ ਕਹਿਣਾ ਕਰਦੇ ਨੇ, ਜਦੋਂ ਅਸੀਂ ਲਾਲਨ ਭਾਵ ਉਸ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਦੇਖਣਾ ਕੀਤਾ ਨਾ, ਅਸੀਂ ਤਿਨਾਂ ਦੇ ਦਰਸ਼ਨ ਕਰਨਾ ਕੀਤੇ ਨੇ, ਤਾਂ ਪਾਟ ਭਾਵ ਜਿਹੜੇ ਭਰਮ ਦੇ ਪਰਦੇ ਪਏ ਹੋਏ ਸੀਗੇ ਨਾ, ਉਹ ਗਵਾ ਲਏ, ਉਹ ਨਾਸ਼ ਹੋ ਗਏ, ਉਹ ਖਤਮ ਹੋ ਗਏ। ਕਿਉਂਕਿ ਗਿਆਨ ਦੀ ਦਾਤ ਪ੍ਰਾਪਤ ਹੋ ਗਈ। ਜਦੋਂ ਗਿਆਨ ਪ੍ਰਾਪਤ ਹੋ ਗਿਆ, ਉੱਥੇ ਵਹਿਮਾਂ ਭਰਮਾਂ ਤੇ ਅਗਿਆਨਤਾ ਦਾ ਹਨੇਰਾ ਜਿਹੜਾ ਹੈ, ਅਗਿਆਨਤਾ ਦਾ ਪਰਦਾ ਜਿਹੜਾ ਹੈ ਉਹ ਚੁੱਕਿਆ ਗਿਆ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ। ਤਾਂ ਆਪ ਮਹਾਰਾਜ ਕਹਿੰਦੇ, ਉਗਵੈ ਸੂਰ ਨਾ ਜਾਪੈ ਚੰਦ, ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ। ਜਿੱਥੇ ਗਿਆਨ ਦਾ ਪ੍ਰਗਾਸ ਹੋ ਜਾਵੇ ਉੱਥੇ ਅਗਿਆਨਤਾ ਦਾ ਹਨੇਰਾ ਨਾਸ਼ ਹੁੰਦਾ ਹੈ। ਗਿਆਨ ਦਾ ਪ੍ਰਗਾਸ ਕਿੱਦਾਂ ਹੁੰਦਾ? ਗੁਰਸੰਗਤ ਜੀ ਨਾਮ ਜਪ ਕਰਕੇ। ਵਾਹਿਗੁਰੂ 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 ਵਾਹਿਗੁਰੂ। ਤਾਂ ਗੁਰਸੰਗਤ ਜੀ ਮਹਾਰਾਜ ਕਹਿਣਾ ਕਰਦੇ ਨੇ,
ਕਿ ਜਿਨ੍ਹਾਂ ਨੂੰ ਪਰਮੇਸ਼ਰ ਜੀਆਂ ਦੇ ਨਾਮ ਦੀ ਦਾਤ ਪ੍ਰਾਪਤ ਹੁੰਦੀ, ਜਿਨ੍ਹਾਂ ਦੇ ਅੰਦਰ ਪ੍ਰੇਮ ਲੱਗਦਾ ਪਰਮੇਸ਼ਰ ਜੀਆਂ ਦੇ ਪ੍ਰਥਾਏ, ਨਾਮ ਜਪਣਾ ਕਰਦੇ ਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਪਰਮੇਸ਼ਰ ਜੀਆਂ ਦੇ ਦਰਸ਼ਨ ਹੋ ਜਾਇਆ ਕਰਦੇ ਨੇ। ਤਾਂ ਉਹ ਜਿਨ੍ਹਾਂ ਨੂੰ ਦਰਸ਼ਨ ਹੋ ਜਾਣ, ਗਿਆਨ ਉਹਨਾਂ ਨੂੰ ਪ੍ਰਾਪਤ ਗੁਰੂ ਦੀ ਕਿਰਪਾ ਨਾਲ ਹੋ ਜਾਂਦਾ ਏ, ਤੇ ਉਹ ਵਹਿਮਾਂ ਭਰਮਾਂ ਦੇ ਬੀਜ ਉਹਨਾਂ ਦੇ ਵਹਿਮਾਂ ਭਰਮਾਂ ਦੇ ਜੋ ਪਰਦੇ ਨੇ, ਅਗਿਆਨਤਾ ਦਾ ਜੋ ਹਨੇਰਾ ਹੈ ਉਹਨਾਂ ਦੇ ਵਿੱਚੋਂ ਨਿਕਲ ਜਾਇਆ ਕਰਦਾ ਹੈ, ਦੂਰ ਹੋ ਜਾਇਆ ਕਰਦਾ ਹੈ। ਹਿਰਦੇ ਵਿੱਚ ਆਨੰਦ ਜਿਹੜਾ ਹੈ ਉਹ ਵਰਤ ਜਾਇਆ ਕਰਦਾ ਹੈ, ਤੇ ਉਹ ਖੁਸ਼ ਰਹਿਣਾ ਕਰਦੇ, ਮਨ ਉਹਨਾਂ ਦਾ ਪਤੀਜ ਜਾਇਆ ਕਰਦਾ ਹੈ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਧੀਨ। ਮਹਾਰਾਜ ਪਹਿਲੇ ਪਾਤਸ਼ਾਹ ਜੀਆਂ ਦੀ ਮੋਹਰ ਲਾ ਕਰਕੇ ਸ਼ਬਦ ਜੀਆਂ ਦੀ ਸੰਪੂਰਨਤਾਈ ਕਰਦਿਆਂ ਹੋਇਆਂ ਆਖਣਾ ਕਰਦੇ ਨੇ, ਇਹ ਪਰਮੇਸ਼ਰ ਜੀਆਂ ਦਾ ਜਿਹੜਾ ਗ੍ਰਹਿ ਹੈ ਨਾ, ਹਿਰਦਾ ਰੂਪੀ ਗ੍ਰਹਿ, ਫਿਰ ਪਰਮੇਸ਼ਰ ਜੀਆਂ ਦਾ ਹੀ ਬਣ ਜਾਇਆ ਕਰਦਾ ਹੈ। ਤਾਂ ਪਰਮੇਸ਼ਰ ਜੀਆਂ ਦਾ ਹੀ ਗ੍ਰਹਿ ਇਹ ਹਿਰਦਾ ਰੂਪੀ ਘਰ ਹੋ ਜਾਇਆ ਕਰਦਾ ਹੈ, ਤੇ ਇਸ ਘਰ ਦੇ ਵਿੱਚ ਪਰਮੇਸ਼ਰ ਜੀ ਆਪ ਆ ਕਰਕੇ ਵਸ ਜਾਇਆ ਕਰਦੇ ਨੇ। ਸੋ ਗੁਰ ਸੰਗਤ ਜੀ, ਇਤਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀਆਂ ਜੀ। ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਆਪ ਸਮੂਹ ਸੰਗਤਾਂ ਦਾ, ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਗੁਰ ਸੰਗਤ ਜੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਆਪ ਸਮੂਹ ਸੰਗਤਾਂ ਨੇ ਬਖਸ਼ਿਸ਼ ਕਰਨੀ। ਆਪੇ ਸੰਗਤ ਸਦ ਬਹਾਲੇ, ਆਪੇ ਵਿਦਾ ਕਰਾਵੇ। ਗੁਰ ਸੰਗਤ ਜੀ ਪਿਛਲੇ ਕੁਝ ਸਮਿਆਂ ਤੋਂ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਦਾਸ ਨੂੰ ਆਪ ਸਮੂਹ ਸੰਗਤਾਂ ਦੇ ਨਾਲ ਗੁਰੂ ਮਹਾਰਾਜ ਜੀਆਂ ਦੇ ਬਚਨਾਂ ਜੀਆਂ ਦੇ ਇਤਿਹਾਸ ਜੀਆਂ ਦੀ ਸਾਂਝ ਪਾਉਣ ਦਾ ਸਮਾਂ ਮਿਲਿਆ। ਜਿਤਨਾ ਆਪ ਸਮੂਹ ਸੰਗਤਾਂ ਨੇ ਦਾਸ ਨੂੰ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਸਦਕਾ ਸਮਾਂ ਬਖਸ਼ਿਆ ਸੀ, ਸੋ ਸਮਾਂ ਸੰਪੂਰਨ ਹੋਣ ਦੀ ਕਗਾਰ ਤੇ ਸੀ, ਤੇ ਦਾਸ ਨੂੰ ਕੁਝ ਰੁਝੇਵਿਆਂ ਕਰਕੇ ਜਾਣਾ ਪੈ ਰਿਹਾ। ਗੁਰ ਸੰਗਤ ਜੀ, ਆਪ ਸਮੂਹ ਸੰਗਤਾਂ ਨੇ ਅਸੀਸ ਦੇਣਾ ਕਰਨੀ। ਮਹਾਰਾਜ ਜੀ ਦੀਆਂ ਖੁਸ਼ੀਆਂ ਇਸੇ ਪ੍ਰਕਾਰ ਨਾਲ ਹੀ ਬਣੀਆਂ ਰਹਿਣ। ਸੋ ਅੱਜ ਦਾਸ ਨੇ ਆਪ ਸਮੂਹ ਸੰਗਤਾਂ ਤੋਂ ਖੁਸ਼ੀਆਂ ਲੈਣੀਆਂ ਨੇ। ਅੱਗੇ ਆਉਣ ਵਾਲੇ ਦੀਵਾਨਾਂ ਵਿੱਚ ਪੰਥ ਦੇ ਹੋਰ ਵਿਦਵਾਨ ਆਪ ਜੀਆਂ ਦੇ ਨਾਲ ਵਿਚਾਰਾਂ ਜੀਆਂ ਦੀ ਸਾਂਝ ਪਾਉਣਾ ਕਰਨਗੇ। ਸੋ ਇਤਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀਆਂ। ਮਹਾਰਾਜ ਜਾਣੀ ਜਾਣ ਨੇ ਤਾਂ ਆਪ ਗੁਰ ਸੰਗਤ ਜੀ ਵਿਚਾਰ ਕਰਦੇ ਆ, ਕਿਸੇ ਪਿਆਰੇ ਪ੍ਰਾਣੀ ਜੀਆਂ ਦੇ ਨਾਲ ਜੇ ਕੋਈ ਮਾੜਾ ਬਚਨ ਬੋਲਿਆ ਗਿਆ ਹੋਵੇ ਤਾਂ ਦਾਸ ਆਪ ਸਮੂਹ ਸੰਗਤਾਂ ਤੋਂ ਖਿਮਾ ਦਾ ਜਾਚਕ ਆਪਣਾ ਬੱਚਾ ਸਮਝ ਕੇ ਮੁਆਫ ਕਰ ਦੇਣਾ ਜੀ। ਬਖਸ਼ੋ ਅਸੀਸ। ਗੁਰੂ ਮਹਾਰਾਜ ਬਖਸ਼ਣ ਯੋਗ ਨੇ। ਗੁਰੂ ਮਹਾਰਾਜ ਜੀਆਂ ਦੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਲੇਖੇ ਕਥੈ ਨਾ ਛੂਟੀ ਹੈ। ਖਿਨ ਖਿਨ ਭੁੱਲਨ ਹਾਰ, ਬਖਸ਼ਣ ਹਾਰ ਬਖਸ਼ ਲੈ। ਨਾਨਕ ਪਾਰ ਉਤਾਰ, ਜੀਆਂ ਦੇ ਮਹਾਵਾਕਾਂ ਅਨੁਸਾਰ ਇਧਰ ਹੀ ਸਮਾਪਤੀ ਹੈ। ਬਖਸ਼ੋ ਅਸੀਸ ਜੀ। ਅੰਤਮ ਦੋ ਪੰਕਤੀਆਂ ਜੀਆਂ ਦੇ ਜਾਪ ਕਰਕੇ ਸਮਾਪਤੀ ਹੈ ਜੀ। ਪੇਖਿਓ ਲਾਲਨ ਪਾਟ ਵਿੱਚ ਖੋਏ, ਅਨਦ ਚਿਤਾ ਹਰਖੇ ਪਤੀ ਨ। ਤਿਸ ਹੀ ਕੋ ਗ੍ਰਹਿ ਸੋਈ ਪ੍ਰਭ ਨਾਨਕ, ਸੋ ਠਾਕੁਰ ਤਿਸ ਹੀ ਕੋ ਧੀਨ। ਤਾਂ ਗੁਰ ਸੰਗਤ ਜੀ, ਗੁਰੂ ਮਹਾਰਾਜ ਜੀਆਂ ਨੇ ਆਪ ਸਮੂਹ ਸੰਗਤਾਂ ਦੇ ਦੁਬਾਰਾ ਦੀਦਾਰ ਬਖਸ਼ਣ ਤੇ ਨਾਲ ਐਸਾ ਸਮਾਂ ਦੁਬਾਰਾ ਮਿਲਣਾ ਕਰੇ। ਸੋ ਇਤਨੀਆਂ ਕੁ ਬੇਨਤੀਆਂ ਆਪ ਸਮੂਹ ਸੰਗਤਾਂ ਨੇ ਪ੍ਰਵਾਨ ਕਰਨੀਆਂ। ਜਦੋਂ ਬਿਧ ਮਹਾਰਾਜ ਨੇ ਬਣਾਈ